कर रहे सारे साथियों ਨੂੰ ਸਤਿ ਸ੍ਰੀ ਅਕਾਲ। SGN ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸਾਡੇ ਰੀਟ ਪੰਜਾਬੀ ਦੇ ਸਿਲੇਬਸ ਵਿੱਚ ਜੋ ਲਾਸਟ ਇਕਾਈ ਹੈ ਉਸ ਦਾ ਟੌਪਿਕ ਮੁਲਾਂਕਣ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਮੁਲਾਂਕਣ ਬਾਰੇ ਚਰਚਾ ਕਰਾਂਗੇ ਅਸੀਂ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਧੁਨਿਕ ਸਿੱਖਿਆ ਪ੍ਰਣਾਲੀ ਦੀ। ਆਧੁਨਿਕ ਸਿੱਖਿਆ ਪ੍ਰਣਾਲੀ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਵਿੱਚ ਮੁਲਾਂਕਣ ਬਾਰੇ ਅਸੀਂ ਗੱਲ ਕਰਦੇ ਹਾਂ। ਤਾਂ ਆਧੁਨਿਕ ਸਿੱਖਿਆ ਪ੍ਰਣਾਲੀ ਇੱਕ ਬਾਲ ਕੇਂਦਰਿਤ ਸਿੱਖਿਆ ਪ੍ਰਣਾਲੀ ਹੈ। ਕਿਹੜੀ ਸਿੱਖਿਆ ਪ੍ਰਣਾਲੀ ਹੈ? ਬਾਲ ਕੇਂਦਰਿਤ। ਇਸ ਦਾ ਮਤਲਬ ਕੀ ਹੋਇਆ? ਇਸ ਦਾ ਮਤਲਬ ਇਹ ਹੋਇਆ ਕਿ ਬਾਲਕ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੇ ਸਾਰੇ ਕਾਰਜ ਕੀਤੇ ਜਾਂਦੇ ਹਨ। ਆਧੁਨਿਕ ਸਿੱਖਿਆ ਦੇ ਵਿੱਚ ਕੀ ਕੀਤੇ ਜਾਂਦੇ ਹਨ? ਬਾਲਕ ਨੂੰ ਧਿਆਨ ਵਿੱਚ ਰੱਖ ਕੇ, ਬਾਲਕ ਜਾਂ ਵਿਦਿਆਰਥੀ ਦਾ ਧਿਆਨ ਰੱਖਿਆ ਜਾਂਦਾ ਹੈ। ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਸਿੱਖਿਆ ਦੇ ਸਾਰੇ ਕਾਰਜ ਨੇਪਰੇ ਚਾੜੇ ਜਾਂਦੇ ਹਨ। ਤਾਂ ਇਹ ਤਾਂ ਹੋਗੀ ਬਾਲ ਕੇਂਦਰਿਤ ਸਿੱਖਿਆ ਪ੍ਰਣਾਲੀ ਦੀ ਵਿਸ਼ੇਸ਼ਤਾ। ਹੁਣ ਬਾਲ ਕੇਂਦਰਿਤ ਸਿੱਖਿਆ ਪ੍ਰਣਾਲੀ ਦੇਣ ਲਈ ਸਾਨੂੰ ਕੀ ਕਰਨਾ ਪੈਂਦਾ ਹੈ? ਵਿਅਕਤੀਗਤ ਭਿੰਨਤਾ ਦਾ ਧਿਆਨ ਰੱਖਣਾ ਪੈਂਦਾ ਹੈ। ਕਿਹਦਾ ਧਿਆਨ ਪਤਾ ਕਰਨਾ ਪੈਂਦਾ ਹੈ? ਵਿਅਕਤੀਗਤ ਭਿੰਨਤਾ। ਵਿਅਕਤੀਗਤ ਭਿੰਨਤਾਵਾਂ ਦਾ ਧਿਆਨ ਅਸੀਂ ਰੱਖਾਂਗੇ ਜਾਂ ਪਤਾ ਲਾਵਾਂਗੇ, ਫਿਰ ਹੀ ਅਸੀਂ ਬਾਲ ਕੇਂਦਰਿਤ ਸਿੱਖਿਆ ਪ੍ਰਣਾਲੀ ਦੇ ਸਕਦੇ ਹਾਂ। ਵਿਅਕਤੀਗਤ ਭਿੰਨਤਾ ਤੋਂ ਮਤਲਬ ਇਹ ਹੋਇਆ ਕਿ ਕੋਈ ਵਿਦਿਆਰਥੀ ਦੇ ਕੀ ਸਮੱਸਿਆ ਹੈ, ਕਿਸ ਵਿਦਿਆਰਥੀ ਦੀ ਕੀ ਸਮੱਸਿਆ ਹੈ, ਕੋਈ ਵਿਦਿਆਰਥੀ ਕਿੰਨਾ ਭਾਸ਼ਾ ਨੂੰ ਸਿੱਖ ਰਿਹਾ ਹੈ, ਕੋਈ ਕਿੰਨਾ। ਹਰ ਵਿਦਿਆਰਥੀ ਦੀ ਪ੍ਰਗਤੀ ਅਲੱਗ-ਅਲੱਗ ਹੁੰਦੀ ਹੈ ਤੇ ਸਿੱਖਣ ਦੀ क्षमता ਵੀ ਹਰ ਵਿਦਿਆਰਥੀ ਦੀ ਅਲੱਗ-ਅਲੱਗ ਹੁੰਦੀ ਹੈ। ਤਾਂ ਅਸੀਂ ਇਸ ਚੀਜ਼ ਦਾ ਪਤਾ ਕਰਨਾ ਹੈ ਕਿ ਕਿਸ ਵਿਦਿਆਰਥੀ ਦੀ ਸਿੱਖਣ ਦੀ क्षमता ਕਿੰਨੀ ਹੈ ਤੇ ਕਿਸ ਦੀ क्षमता ਕਿੰਨੀ ਹੈ। ਫਿਰ ਹੀ ਅਸੀਂ ਬਾਲਕ ਨੂੰ ਕੇਂਦਰ ਵਿੱਚ ਰੱਖ ਕੇ ਸਿੱਖਿਆ ਦੇ ਸਕਦੇ ਹਾਂ। ਵਿਅਕਤੀਗਤ ਭਿੰਨਤਾਵਾਂ ਦਾ ਗਿਆਨ ਪ੍ਰਾਪਤ ਕਰਨ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ, ਉਸ ਲਈ ਸਾਧਨ ਹੈ ਮਾਪਨ। ਵਿਅਕਤੀਗਤ ਭਿੰਨਤਾਵਾਂ ਦਾ ਪਤਾ ਲਾਉਣ ਲਈ ਸਾਡੇ ਕੋਲ ਕੀ ਸਾਧਨ ਹੈ? ਮਾਪਨ। ਅਸੀਂ ਮਾਪਨ ਕਰਾਂਗੇ। ਮਾਪਨ ਦੁਆਰਾ ਅਸੀਂ ਵਿਅਕਤੀਗਤ ਭਿੰਨਤਾਵਾਂ ਦਾ ਪਤਾ ਲਾ ਸਕਦੇ ਹਾਂ। ਤੇ ਮਾਪਨ ਕਰਨ ਦੇ ਲਈ ਪੰਜਾਬੀ ਸਿੱਖਿਆ ਦੇ ਵਿੱਚ ਮਾਪਨ ਲਈ 3 ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਿਹੜੇ ਸ਼ਬਦਾਂ ਦਾ? 3 ਸ਼ਬਦਾਂ ਦਾ ਅਸੀਂ ਪ੍ਰਯੋਗ ਕਰਦੇ ਹਾਂ। ਕਿਹੜੇ ਸ਼ਬਦਾਂ ਦਾ ਜਾਂ ਤਰੀਕਿਆਂ ਦਾ ਪ੍ਰਯੋਗ ਕਰਦੇ ਹਾਂ? ਪਹਿਲਾ ਤਾਂ ਪ੍ਰਯੋਗ ਕਰਦੇ ਹਾਂ ਅਸੀਂ ਪਰੀਖਣ। ਮਾਪਨ ਲਈ ਪਰੀਖਣ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਿਹੜੇ ਸ਼ਬਦ ਦਾ? ਪਰੀਖਣ ਸ਼ਬਦ ਦਾ। ਇਸ ਤੋਂ ਬਾਅਦ ਮਾਪਨ ਲਈ ਹੋਰ ਕਿਹੜੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ? ਪ੍ਰੀਖਿਆ ਦਾ। ਪ੍ਰੀਖਿਆ ਸ਼ਬਦ ਦਾ ਪ੍ਰਯੋਗ ਮਾਪਨ ਲਈ ਕੀਤਾ ਜਾਂਦਾ ਹੈ। ਤੇ ਤੀਜੇ ਸ਼ਬਦ ਹੈ ਜੋ ਉਸਦਾ, ਉਹ ਹੈ ਮੁਲਾਂਕਣ। ਮਾਪਨ ਲਈ 3 ਸ਼ਬਦਾਂ, ਇੱਕ ਤਾਂ ਪਰੀਖਣ, ਇੱਕ ਪ੍ਰੀਖਿਆ ਤੇ ਇੱਕ ਮੁਲਾਂਕਣ, 3 ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹੁਣ ਅਸੀਂ ਇਹਨਾਂ ਤਿੰਨਾਂ ਬਾਰੇ ਵੇਖਾਂਗੇ ਕਿ ਇਹ ਕੀ ਹਨ। ਪ੍ਰੀਖਣ ਤੋਂ ਭਾਵ ਤਾਂ ਇਹ ਹੈ ਕਿ ਕੋਈ ਵਿਦਿਆਰਥੀ ਜੋ ਸਿੱਖ ਰਿਹਾ ਹੈ, ਕੀ ਰਿਹਾ ਹੈ? ਵਿਦਿਆਰਥੀ ਬਾਲਕ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕੋਈ ਵਿਦਿਆਰਥੀ ਜੋ ਸਿੱਖ ਰਿਹਾ ਹੈ, ਭਾਸ਼ਾ ਨੂੰ ਸਿੱਖ ਰਿਹਾ ਹੈ ਕੋਈ ਵਿਦਿਆਰਥੀ, ਉਸਨੇ ਉਹ ਗਲਤ ਸਿੱਖ ਰਿਹਾ ਹੈ, ਉਹ ਜੋ ਸਿੱਖ ਰਿਹਾ ਹੈ ਉਹ ਕਿੰਨਾ ਠੀਕ ਹੈ ਤੇ ਕਿੰਨਾ ਗਲਤ ਹੈ, ਉਸ ਬਾਰੇ ਅਸੀਂ ਪਤਾ ਲਾਉਣ ਲਈ ਕੀ ਕਰਦੇ ਹਾਂ? ਇੱਕ ਹਫ਼ਤੇ ਜਾਂ ਤਾਂ ਹਰ ਹਫ਼ਤੇ, ਜਾਂ ਕੀ ਕਰਦੇ ਹਾਂ ਅਸੀਂ 2 ਹਫ਼ਤੇ, ਜਾਂ ਤਾਂ 1 ਹਫ਼ਤੇ ਜਾਂ 2 ਹਫ਼ਤੇ ਜਾਂ 1 ਮਹੀਨੇ। 1 ਮਹੀਨਾ ਵੀ ਹੋ ਸਕਦਾ ਹੈ। 1 ਮਹੀਨੇ ਤੋਂ ਬਾਅਦ, ਭਾਵ ਅਸੀਂ ਇੱਕ ਇਕਾਈ ਹੈ ਸਮੇਂ ਦੀ, ਜਾਂ ਇੱਕ ਇਕਾਈ ਤੋਂ ਬਾਅਦ, ਇੱਕ ਇਕਾਈ ਪੜ੍ਹਾਉਣ ਤੋਂ ਬਾਅਦ ਅਸੀਂ ਵਿਦਿਆਰਥੀ ਦਾ ਕੀ ਲੈਂਦੇ ਹਾਂ? ਇੱਕ ਟੈਸਟ ਲੈਂਦੇ ਹਾਂ। ਪ੍ਰੀਖਣ ਟੈਸਟ ਨੂੰ ਹੀ ਕਿਹਾ ਜਾਂਦਾ ਹੈ, ਟੈਸਟ ਨੂੰ। ਤੇ ਅਸੀਂ ਉਸ ਦਾ ਪਤਾ ਕਰਦੇ ਹਾਂ ਕਿ ਵਿਦਿਆਰਥੀ ਭਾਸ਼ਾ ਨੂੰ ਕਿਸ ਪ੍ਰਕਾਰ ਸਿੱਖ ਰਿਹਾ ਹੈ ਜਾਂ ਕਿੰਨਾ ਸਿੱਖ ਰਿਹਾ ਹੈ। ਤਾਂ ਇਹ ਕੀ ਹੈ? ਪ੍ਰੀਖਣ। ਪ੍ਰੀਖਣ ਕੀ ਹੈ? 1 ਹਫ਼ਤੇ, 2 ਹਫ਼ਤੇ ਜਾਂ 1 ਮਹੀਨੇ ਜਾਂ ਇੱਕ ਇਕਾਈ ਪੜ੍ਹਾਉਣ ਤੋਂ ਬਾਅਦ ਅਸੀਂ ਵਿਦਿਆਰਥੀ ਦਾ ਇੱਕ ਟੈਸਟ ਲੈ ਕੇ ਪਤਾ ਕਰਦੇ ਹਾਂ। ਜਿਵੇਂ ਅਸੀਂ ਕਲਾਸ 'ਚ ਵਿਦਿਆਰਥੀਆਂ ਨੂੰ ਪੜ੍ਹਾ ਕੇ ਪਤਾ ਕਰਦੇ ਹਾਂ, ਉਹ ਕੀ ਹੈ? ਪ੍ਰੀਖਣ ਹੈ। ਹੁਣ ਅਸੀਂ ਵੇਖਾਂਗੇ ਪ੍ਰੀਖਿਆ ਕੀ ਹੈ। ਪ੍ਰੀਖਿਆ ਬਾਰੇ ਅਸੀਂ ਗੱਲ ਕਰਾਂਗੇ ਤਾਂ ਪ੍ਰੀਖਿਆ ਹੈ, ਪ੍ਰੀਖਿਆ ਤੋਂ ਇਹ ਭਾਵ ਹੈ ਕਿ ਕੋਈ ਵਿਦਿਆਰਥੀ, ਅਸੀਂ ਇਹ ਪਤਾ ਕਰਦੇ ਹਾਂ ਕਿ ਇੱਕ ਵਿਦਿਆਰਥੀ ਕੀ ਇੰਨਾ ਸਿੱਖ ਚੁੱਕਿਆ ਹੈ ਜਾਂ ਇੰਨਾ ਗਿਆਨ ਪ੍ਰਾਪਤ ਕਰ ਚੁੱਕਿਆ ਹੈ ਕਿ ਅਸੀਂ ਉਸ ਨੂੰ ਅਗਲੇ ਪਾਠਕ੍ਰਮ ਤੱਕ ਲੈ ਕੇ ਜਾ ਸਕੀਏ। ਕਿੱਥੇ ਲੈ ਕੇ ਜਾ ਸਕੀਏ? ਅਗਲੇ ਪਾਠਕ੍ਰਮ ਤੱਕ। ਅਗਲੇ ਪਾਠਕ੍ਰਮ ਤੱਕ ਜਾਂ ਅਸੀਂ ਉਸ ਨੂੰ ਅਗਲੀ ਸ਼੍ਰੇਣੀ ਤੱਕ, ਕਿੱਥੋਂ ਤੱਕ? ਅਗਲੀ ਸ਼੍ਰੇਣੀ ਤੱਕ ਜਾਂ ਅਗਲੀ ਕਲਾਸ ਤੱਕ ਉਸ ਨੂੰ ਪਾਸ ਕਰ ਦਿੱਤਾ ਜਾਵੇ, ਇੱਕ ਸ਼੍ਰੇਣੀ ਦੇ ਵਿੱਚੋਂ ਜਾਂ ਇੱਕ ਸਤਰ ਦੇ ਵਿੱਚੋਂ, ਤੇ ਅਗਲੀ ਸ਼੍ਰੇਣੀ ਤੱਕ ਅਸੀਂ ਲੈ ਕੇ ਜਾ ਸਕੀਏ।
ਇਹ ਪਤਾ ਕਰਨ ਲਈ ਵਿਦਿਆਰਥੀ ਦਾ ਅਸੀਂ ਕੀ ਕਰਦੇ ਹਾਂ, ਪ੍ਰੀਖਿਆ ਲੈਂਦੇ ਹਾਂ। ਇਸ ਨੂੰ ਪ੍ਰੀਖਿਆ ਕਿਹਾ ਜਾਂਦਾ ਹੈ, ਜਿਸ ਦੇ ਨਾਲ ਇਹ ਪਤਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਨੇ ਕਿੰਨਾ ਸਿੱਖ ਲਿਆ ਹੈ, ਕਿ ਉਹ ਇੰਨਾ ਸਿੱਖ ਗਿਆ ਹੈ ਕਿ ਉਸ ਨੂੰ ਅਗਲੇ ਪਾਠਕ੍ਰਮ ਜਾਂ ਅਗਲੀ ਸ਼੍ਰੇਣੀ ਤੱਕ ਲੈ ਜਾ ਸਕੀਏ ਅਸੀਂ। ਤਾਂ ਇਹ ਹੋ ਗਈ ਪ੍ਰੀਖਿਆ। ਇੱਕ ਹੋ ਗਿਆ ਮੁਲਾਂਕਣ। ਹੁਣ ਅਸੀਂ ਮੁਲਾਂਕਣ ਬਾਰੇ ਦੇਖਾਂਗੇ ਕਿ ਮੁਲਾਂਕਣ ਕੀ ਹੈ। ਕੋਈ ਵਿਦਿਆਰਥੀ ਜੋ ਭਾਸ਼ਾ ਸਿੱਖ ਰਿਹਾ ਹੈ, ਉਸਨੇ ਭਾਸ਼ਾ ਨੂੰ ਕਿੰਨਾ ਸਿੱਖ ਲਿਆ ਹੈ ਜਾਂ ਕਿੰਨਾ ਗਿਆਨ ਪ੍ਰਾਪਤ ਕਰ ਲਿਆ ਹੈ, ਉਸ ਦੇ ਪਤਾ ਕਰਨ ਲਈ ਕਿ ਉਸਨੇ ਕਿੰਨਾ ਸਿੱਖਿਆ ਹੈ, ਅਸੀਂ ਸਮੇਂ-ਸਮੇਂ ਤੇ ਕੀ ਕਰਦੇ ਹਾਂ, ਸਮੇਂ-ਸਮੇਂ ਤੇ ਉਸਦਾ ਕੀ ਕਰਦੇ ਹਾਂ, ਮੁਲਾਂਕਣ ਕਰਦੇ ਹਾਂ। ਲਗਾਤਾਰ ਜਾਂ ਨਿਰੰਤਰ ਉਸਦਾ ਮੁਲਾਂਕਣ ਹੁੰਦਾ ਰਹਿੰਦਾ ਹੈ। ਮੁਲਾਂਕਣ ਦੀ ਪ੍ਰਕਿਰਿਆ ਹੈ ਨਿਰੰਤਰ ਹੁੰਦੀ ਰਹਿੰਦੀ ਹੈ, ਜੋ ਲਗਾਤਾਰ। ਤਾਂ ਇਹ ਕੀ ਹੈ, ਮੁਲਾਂਕਣ ਜੋ ਸਮੇਂ-ਸਮੇਂ ਤੇ ਹੁੰਦਾ ਰਹਿੰਦਾ ਹੈ। ਮੁਲਾਂਕਣ ਬਾਰੇ ਅਸੀਂ ਹੁਣ ਵਿਸਤਾਰਪੂਰਵਕ ਪੜਾਂਗੇ ਕਿ ਮੁਲਾਂਕਣ ਹੈ ਕੀ। ਮੁਲਾਂਕਣ ਦਾ ਅਰਥ ਪੜਾਂਗੇ, ਪਰਿਭਾਸ਼ਾਵਾਂ ਪੜਾਂਗੇ, ਵਿਸ਼ੇਸ਼ਤਾਵਾਂ ਪੜਾਂਗੇ ਤੇ ਮੁਲਾਂਕਣ ਤੇ ਪ੍ਰੀਖਿਆ ਦੇ ਵਿੱਚ ਅੰਤਰ ਪੜਾਂਗੇ। ਅਸੀਂ ਮੁਲਾਂਕਣ ਬਾਰੇ ਵਿਸਤਾਰਪੂਰਵਕ ਹੁਣ ਅਸੀਂ ਪੜਾਂਗੇ। ਹੁਣ ਅਸੀਂ ਮੁਲਾਂਕਣ ਦੇ ਅਰਥ ਬਾਰੇ ਜਾਣਾਂਗੇ ਕਿ ਮੁਲਾਂਕਣ ਦਾ ਅਰਥ ਕੀ ਹੈ। ਜੇਕਰ ਅਸੀਂ ਸ਼ਾਬਦਿਕ ਅਰਥ ਦੀ ਗੱਲ ਕਰੀਏ, ਮੁਲਾਂਕਣ ਦਾ ਸ਼ਾਬਦਿਕ ਅਰਥ ਕੀ ਹੈ? ਮੁਲਾਂਕਣ ਦਾ ਸ਼ਾਬਦਿਕ ਅਰਥ ਹੈ ਮੁੱਲ ਪਲੱਸ ਅੰਕਣ, ਭਾਵ ਮੁੱਲਾਂ ਦਾ ਅੰਕਣ ਕਰਨਾ ਜਾਂ ਮੁੱਲਾਂ ਦਾ ਮਾਪ ਕਰਨਾ, ਮਾਪ ਜਾਂ ਮਾਪਨ ਕਰਨਾ ਜਾਂ ਮਾਪ ਤੋਲ ਕਰਨਾ, ਮੁੱਲਾਂ ਦਾ ਅੰਕਨ ਜਾਂ ਮਾਪ ਤੋਲ ਕਰਨਾ। ਸ਼ਾਬਦਿਕ ਅਰਥ ਹੈ ਮੁੱਲਾਂ ਦਾ ਮਾਪਨ ਕਰਨਾ। ਹੁਣ ਅਸੀਂ ਗੱਲ ਕਰਾਂਗੇ ਅੱਗੇ। ਆਮ ਤੌਰ ਤੇ ਮੁਲਾਂਕਣ ਸਿੱਖਿਆ ਦੇ ਖੇਤਰ ਵਿੱਚ ਮੁਲਾਂਕਣ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਉਹ ਉੱਤਰ ਕਾਪੀਆਂ, ਜੋ ਸਾਡੀਆਂ ਉੱਤਰ ਕਾਪੀਆਂ ਹੁੰਦੀਆਂ ਹਨ ਵਿਦਿਆਰਥੀਆਂ ਦੀਆਂ, ਉਹਨਾਂ ਦੀ ਜਾਂਚ ਕਰਕੇ ਅੰਕਨ ਤੋਂ ਲਿਆ ਜਾਂਦਾ ਹੈ। ਜੋ ਵਿਦਿਆਰਥੀਆਂ ਦੀ ਅਸੀਂ ਪ੍ਰੀਖਿਆ ਲੈਂਦੇ ਹਾਂ ਜਾਂ ਟੈਸਟ ਲੈਂਦੇ ਹਾਂ, ਉਹਨਾਂ ਦੀ ਉੱਤਰ ਕਾਪੀਆਂ ਅਸੀਂ ਜਾਂਚ ਕਰਦੇ ਹਾਂ। ਜਾਂਚ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਕੁਝ ਨੰਬਰ ਦਿੰਦੇ ਹਾਂ, ਭਾਵ ਅੰਕ ਦਿੰਦੇ ਹਾਂ, ਅੰਕਨ ਕਰਦੇ ਹਾਂ। ਉਸ ਅੰਕਨ ਨੂੰ ਹੀ ਕੀ ਕਹਿ ਦਿੱਤਾ ਜਾਂਦਾ ਹੈ, ਮੁਲਾਂਕਣ। ਆਮ ਤੌਰ ਤੇ ਅਸੀਂ ਮੁਲਾਂਕਣ ਦਾ ਨਾਂ ਉਸ ਨੂੰ ਦਿੰਦੇ ਹਾਂ। ਪਰ ਮੁਲਾਂਕਣ ਹੈ ਦੀ ਪ੍ਰਕਿਰਿਆ ਇਸ ਤੋਂ ਬਹੁਤ ਵਿਆਪਕ ਹੈ। ਮੁਲਾਂਕਣ ਦੀ ਪ੍ਰਕਿਰਿਆ ਇਸ ਤੋਂ ਕੀ ਹੈ, ਬਹੁਤ ਵਿਆਪਕ। ਮੁਲਾਂਕਣ ਦਾ ਸਭ ਤੋਂ ਵੱਡਾ ਗੁਣ ਕੀ ਹੈ, ਵਿਆਪਕਤਾ। ਮੁਲਾਂਕਣ ਇੱਕ ਵਿਆਪਕ ਪ੍ਰਕਿਰਿਆ ਹੈ, ਜਾਂ ਮੁਲਾਂਕਣ ਇੱਕ ਵਿਆਪਕ ਕਾਰਜ ਹੈ। ਇਸ ਚੀਜ਼ ਤੋਂ, ਕਿਹੜੀ ਚੀਜ਼ ਤੋਂ? ਅੰਕਨ ਤੋਂ। ਜਿਹੜਾ ਅਸੀਂ ਕਾਪੀਆਂ ਦਾ ਅੰਕਨ ਕਰਦੇ ਹਨ, ਇਸ ਤੋਂ ਮੁਲਾਂਕਣ ਇੱਕ ਬਹੁਤ ਵਿਆਪਕ ਚੀਜ਼ ਹੈ, ਬਹੁਤ ਵਿਸ਼ਾਲ ਹੈ। ਕਿਵੇਂ ਹੈ ਅਸੀਂ ਦੇਖਾਂਗੇ। ਮੁਲਾਂਕਣ ਦੀ ਪ੍ਰਕਿਰਿਆ ਵਿੱਚ ਸਿੱਖਿਆ ਪ੍ਰੀਖਣ, ਇਹ ਚੀਜ਼ ਅਸੀਂ ਯਾਦ ਰੱਖਣੀ ਹੈ। ਸਿੱਖਿਆ ਤੇ ਪ੍ਰੀਖਣ ਕੀ ਹੈ, ਨਾਲ ਨਾਲ ਕੀਤਾ ਜਾਂਦਾ ਹੈ। ਸਿੱਖਿਆ ਪ੍ਰੀਖਣ ਮੁਲਾਂਕਣ ਦੀ ਪ੍ਰਕਿਰਿਆ ਦੇ ਨਾਲ ਨਾਲ ਕੀਤਾ ਜਾਂਦਾ ਹੈ। ਇਹ ਮੁਲਾਂਕਣ ਦੀ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਮੁਲਾਂਕਣ ਦੀ ਕੀ ਵਿਸ਼ੇਸ਼ਤਾ ਹੈ? ਮੁਲਾਂਕਣ ਦੁਆਰਾ ਵਿਸ਼ੇ ਵਸਤੂ ਦੇ ਗਿਆਨ ਦੀ ਜਾਂਚ ਤਾਂ ਹੁੰਦੀ ਹੀ ਹੈ। ਕੀ ਹੁੰਦੀ ਹੈ? ਵਿਸ਼ੇ ਵਸਤੂ, ਜੋ ਸਾਡਾ ਵਿਸ਼ਾ ਵਸਤੂ ਹੁੰਦਾ ਹੈ, ਉਹਦੀ ਗਿਆਨ ਦੀ ਜਾਂਚ ਤਾਂ ਹੁੰਦੀ ਹੈ ਕਿ ਕਿੰਨਾ ਪ੍ਰਾਪਤ ਕਰ ਲਿਆ ਹੈ। ਇਸ ਤੋਂ ਇਲਾਵਾ ਹੋਰ ਕੀ ਹੁੰਦਾ ਹੈ? ਇਸ ਦੇ ਨਾਲ ਹੀ ਬਾਲਕ ਦੀਆਂ ਰੁਚੀਆਂ, ਪਹਿਲੀ ਗੱਲ ਤਾਂ ਰੁਚੀਆਂ, ਅਭਿਵਿਅਕਤੀਆਂ, ਯੋਗਤਾਵਾਂ ਤੇ ਦ੍ਰਿਸ਼ਟੀਕੋਣ, ਇਹਨਾਂ ਸਾਰੀਆਂ ਚੀਜ਼ਾਂ ਦੇ ਗਿਆਨ ਪਰਿਵਰਤਨ ਤੇ ਵਿਕਾਸ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਹਨਾਂ ਦੇ ਪਰਿਵਰਤਨ ਦੀ ਜਾਂਚ ਵੀ ਕੀਤੀ ਜਾਂਦੀ ਹੈ ਤੇ ਵਿਕਾਸ ਦੀ, ਕਿ ਗਿਆਨ ਵਿੱਚ ਕਿੰਨਾ ਵਾਧਾ ਹੋਇਆ ਹੈ। ਅਭਿਵਿਅਕਤੀਆਂ, ਰੁਚੀਆਂ 'ਚ ਉਹਦੇ 'ਚ ਕੀ ਪਰਿਵਰਤਨ ਆਇਆ ਹੈ ਜਾਂ ਵਿਕਾਸ ਹੋਇਆ ਹੈ। ਅਭਿਵਿਅਕਤੀ 'ਚ ਕੀ ਪਰਿਵਰਤਨ ਆਇਆ ਹੈ। ਯੋਗਤਾਵਾਂ ਦਾ ਵਿਕਾਸ ਕਿੰਨਾ ਹੋਇਆ ਹੈ ਤੇ ਉਹਨਾਂ 'ਚ ਕੀ ਪਰਿਵਰਤਨ ਆਇਆ ਹੈ। ਉਸੇ ਪ੍ਰਕਾਰ ਦ੍ਰਿਸ਼ਟੀਕੋਣ ਦੇ ਵਿੱਚ ਦੇ ਅੰਤਰਗਤ ਕੀ ਪਰਿਵਰਤਨ ਆਏ ਹਨ। ਇਹਨਾਂ ਸਾਰਿਆਂ ਦਾ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ, ਮੁਲਾਂਕਣ ਦੇ ਦੁਆਰਾ ਜਾਂਚ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਮੁਲਾਂਕਣ ਦੇ ਵਿੱਚ ਜੇਕਰ ਦੇਖਦੇ ਹਾਂ ਤਾਂ ਇੱਕ ਤਾਂ ਉਦੇਸ਼, ਕੁਝ ਚੀਜ਼ਾਂ ਹਨ। ਉਦੇਸ਼, ਪਹਿਲੀ ਗੱਲ ਤਾਂ ਉਦੇਸ਼ਾਂ ਦੀ ਪ੍ਰਾਪਤੀ ਕਿੱਥੋਂ ਤੱਕ ਹੋਈ ਹੈ, ਇਹ ਚੀਜ਼ ਅਸੀਂ ਯਾਦ ਕਰਾਂਗੇ। ਜੋ ਅਸੀਂ ਉਦੇਸ਼ ਮਿੱਥੇ ਸਨ ਜਾਂ ਜੋ ਟੀਚਾ ਰੱਖਿਆ ਸੀ ਅਸੀਂ। ਦੂਜੀ ਗੱਲ ਹੈ ਗਿਆਨ ਦੀ ਪ੍ਰਾਪਤੀ ਕਿੱਥੋਂ ਤੱਕ ਹੋਈ ਹੈ, ਵਿਦਿਆਰਥੀ ਨੇ ਕਿੰਨਾ ਗਿਆਨ ਪ੍ਰਾਪਤ ਕੀਤਾ ਹੈ। ਕੌਸ਼ਲਾਂ ਦਾ ਵਿਕਾਸ ਕਿੰਨਾ ਹੋਇਆ ਹੈ ਵਿਦਿਆਰਥੀ ਦਾ, ਇਹ ਵੀ ਮੁਲਾਂਕਣ ਦੇ ਵਿੱਚ ਪਤਾ ਕਰਦੇ ਹਾਂ ਅਸੀਂ ਜਾਂ ਜਾਂਚ ਕਰਦੇ ਹਾਂ। ਅਭਿਵਰਤੀ ਤੇ ਅਭਿਰੁਚੀ, ਇਹਨਾਂ ਦੋਨਾਂ ਦਾ ਵੀ ਅਸੀਂ ਧਿਆਨ ਕਰਦੇ ਹਾਂ ਕਿ ਅਭਿਵਰਤੀ ਤੇ ਅਭਿਰੁਚੀਆਂ ਦਾ ਵਿਕਾਸ ਕਿੱਥੋਂ ਤੱਕ ਹੋਇਆ ਹੈ। ਤੇ ਇੱਕ ਜੋ ਮੇਨ ਗੱਲ ਹੈ ਵਿਦਿਆਰਥੀਆਂ ਦੀਆਂ ਮੁਸ਼ਕਲਾਂ, ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਬਾਰੇ ਅਸੀਂ ਮੁਲਾਂਕਣ ਦੁਆਰਾ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਵਿਦਿਆਰਥੀਆਂ ਦੀਆਂ ਕੀ ਮੁਸ਼ਕਲਾਂ ਆ ਰਹੀਆਂ ਹਨ ਵਿਦਿਆਰਥੀਆਂ ਨੂੰ ਸਿੱਖਣ ਪ੍ਰਕਿਰਿਆ ਦੇ ਦੌਰਾਨ, ਤੇ ਉਹਨਾਂ ਮੁਸ਼ਕਲਾਂ ਦੇ ਕਾਰਨ ਜਾਣਨ ਤੋਂ ਬਾਅਦ ਹੀ ਅਸੀਂ ਇਹ ਪ੍ਰਾਪਤ ਕਰ ਸਕਦੇ ਹਾਂ ਕਿ ਵਿਦਿਆਰਥੀ ਨੂੰ ਇਹਨਾਂ ਮੁਸ਼ਕਲਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਅਸੀਂ ਸਾਧਨਾਂ ਵੱਲ ਜਾਂ ਉਸ ਦੇ ਉਪਚਾਰ ਕਰਨ ਦੇ ਤਰੀਕਿਆਂ ਦੇ ਢੰਗਾਂ ਬਾਰੇ ਅਸੀਂ ਵਿਚਾਰ ਕਰਦੇ ਹਾਂ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪਿਛੜੇਪਣ ਦੇ ਕੀ ਕਾਰਨ ਹਨ ਉਸ ਦਾ ਅਸੀਂ ਪਤਾ ਲਾਉਣੇ ਹਾਂ। ਸਾਰੀਆਂ ਅਸੀਂ ਮੁਲਾਂਕਣ ਦੇ ਅਰਥ ਨੂੰ ਪੜ੍ਹਨ ਤੋਂ ਬਾਅਦ ਸਾਰੀਆਂ ਗੱਲਾਂ ਹੁਣ ਅਸੀਂ ਦੇਖਾਂਗੇ ਮੁਲਾਂਕਣ ਦਾ ਸਿੱਟੇ ਵਜੋਂ ਅਸੀਂ ਕੀ ਅਰਥ ਮੰਨਦੇ ਹਾਂ। ਤਾਂ ਮੁਲਾਂਕਣ ਦਾ ਕੀ ਅਰਥ ਹੈ? ਸਿੱਖਿਆ ਮੁਲਾਂਕਣ ਦਾ ਵਿਸ਼ੇ ਵਸਤੂ, ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ, ਵਿਸ਼ੇ ਵਸਤੂ ਦੇ ਉਦੇਸ਼ਾਂ ਅਤੇ ਮੁੱਲਾਂ ਵੱਲ, ਉਦੇਸ਼ਾਂ ਅਤੇ ਮੁੱਲਾਂ ਵੱਲ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਪ੍ਰਗਤੀ ਦਾ ਅੰਕਨ। ਉਦੇਸ਼ਾਂ ਤੇ ਮੁੱਲਾਂ ਵਿੱਚ ਵਿਦਿਆਰਥੀਆਂ ਦੀ ਕੀ ਪ੍ਰਾਪਤੀ ਹੋਈ ਹੈ ਤੇ ਕਿੰਨੀ ਪ੍ਰਗਤੀ ਹੋਈ ਹੈ, ਉਹਨਾਂ ਦਾ ਅੰਕਨ ਕਰਨ ਨੂੰ ਹੀ ਅਸੀਂ ਮੁਲਾਂਕਣ ਕਹਿੰਦੇ ਹਾਂ। ਇਹ ਅਸੀਂ ਮੁਲਾਂਕਣ ਦੇ ਅਰਥ ਬਾਰੇ ਅੱਜ ਅਸੀਂ ਜਾਣਿਆ। ਤੇ ਹੁਣ ਅਸੀਂ ਮੁਲਾਂਕਣ ਦੀਆਂ ਪੜਾਂਗੇ ਪਰਿਭਾਸ਼ਾਵਾਂ। ਪਰਿਭਾਸ਼ਾਵਾਂ ਅਸੀਂ ਬਹੁਤ ਚੰਗੀ ਤਰ੍ਹਾਂ ਨਾਲ ਪੜਾਂਗੇ, ਜਿਸ ਨਾਲ ਸਾਨੂੰ ਅੱਛੀ ਤਰ੍ਹਾਂ ਯਾਦ ਹੋ ਜਾਣ। ਮੁਲਾਂਕਣ ਦੀ ਪਰਿਭਾਸ਼ਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅਸੀਂ ਅੱਜ ਦੋ ਪਰਿਭਾਸ਼ਾਵਾਂ ਪੜਾਂਗੇ ਮੁਲਾਂਕਣ ਦੀਆਂ। ਇੱਕ ਤਾਂ ਸਿੱਖਿਆ ਸ਼ਾਸਤਰੀ ਹਨ ਰਾਈਟ ਤੇ ਇੱਕ ਹਨ ਰੋਸ। ਪਹਿਲਾਂ ਅਸੀਂ ਰਾਈਟ ਦੀ ਪਰਿਭਾਸ਼ਾ ਪੜਾਂਗੇ, ਫਿਰ ਸਿੱਖਿਆ ਸ਼ਾਸਤਰੀ ਰੋਸ ਦੀ ਪਰਿਭਾਸ਼ਾ ਪੜਾਂਗੇ। ਕੀ ਕੀ ਦੱਸਿਆ ਹੈ ਮੁਲਾਂਕਣ ਬਾਰੇ ਇਹਨਾਂ ਸਿੱਖਿਆ ਸ਼ਾਸਤਰੀਆਂ ਨੇ। ਅਸੀਂ ਮੁਲਾਂਕਣ ਦੀ ਪਰਿਭਾਸ਼ਾ ਇੱਕ ਟ੍ਰਿਕ ਦੇ ਨਾਲ ਚੰਗੀ ਤਰ੍ਹਾਂ ਸਮਝ ਕੇ ਯਾਦ ਕਰਾਂਗੇ, ਜਿਹੜੀ ਕਦੇ ਵੀ ਅਸੀਂ ਭੁੱਲ ਨਾ ਸਕੀਏ ਤੇ ਪੇਪਰ ਦੇ ਵਿੱਚ ਸਾਡਾ ਪਰਿਭਾਸ਼ਾ ਦਾ ਪ੍ਰਸ਼ਨ ਗਲਤ ਨਾ ਹੋਵੇ। ਤਾਂ ਪਹਿਲਾਂ ਅਸੀਂ ਰਾਈਟ ਸਿੱਖਿਆ ਸ਼ਾਸਤਰੀ ਦੀ ਪਰਿਭਾਸ਼ਾ ਪੜਾਂਗੇ ਕਿ ਕੀ ਲਿਖਿਆ ਹੈ ਉਹਨਾਂ ਨੇ ਮੁਲਾਂਕਣ ਬਾਰੇ। ਮੁਲਾਂਕਣ ਨੂੰ ਕੀ ਕਿਹਾ ਹੈ? ਰਾਈਟ ਨੇ ਲਿਖਿਆ ਹੈ ਕਿ ਮੁਲਾਂਕਣ ਇੱਕ ਨਵਾਂ ਤਕਨੀਕੀ ਸ਼ਬਦ ਹੈ। ਕੀ ਹੈ? ਨਵਾਂ ਤੇ ਤਕਨੀਕੀ, ਦੋ ਚੀਜ਼ਾਂ ਦਾ ਪ੍ਰਯੋਗ ਕੀਤਾ ਹੈ ਰਾਈਟ ਨੇ। ਨਵਾਂ ਤਕਨੀਕੀ ਸ਼ਬਦ ਹੈ, ਇਹ ਅਜਿਹੇ ਮਾਪਣ ਲਈ ਵਰਤਿਆ ਜਾਂਦਾ ਹੈ ਜਿਹੜੇ ਪੁਰਾਤਨ ਪ੍ਰੀਖਣਾਂ ਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਵੀਨ ਹੈ। ਕੀ ਕਿਹਾ ਹੈ ਕਿ ਇੱਕ ਤਾਂ ਨਵਾਂ ਤਕਨੀਕੀ ਸ਼ਬਦ ਹੈ, ਇੱਕ ਇਹਨਾਂ ਨੇ ਕਿਹਾ ਹੈ ਕਿ ਇਹ ਅਜਿਹੇ ਮਾਪਣ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਪੁਰਾਤਨ ਪ੍ਰੀਖਣਾਂ ਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਵੀਨ ਹੈ। ਇਸ ਨੂੰ ਯਾਦ ਰੱਖਣ ਦਾ ਅਸੀਂ ਕੀ ਤਰੀਕਾ ਅਪਣਾਵਾਂਗੇ? ਇਹਨੂੰ ਜੋੜ ਲਵਾਂਗੇ। ਅਸੀਂ ਜੋੜ ਕੇ ਯਾਦ ਰੱਖਣਾ ਸਾਨੂੰ ਆਸਾਨ ਹੋਊਗਾ। ਵੈਸੇ ਪਰਿਭਾਸ਼ਾ ਦਾ ਅਸੀਂ ਰੱਟਾ ਨਹੀਂ ਮਾਰ ਸਕਦੇ। ਤਾਂ ਰਾਈਟ ਨੂੰ ਅਸੀਂ ਅੰਗਰੇਜ਼ੀ ਵਿੱਚ ਲਿਖਾਂਗੇ RIGHT ਰਾਈਟ। ਰਾਈਟ ਦਾ ਭਾਵ ਹੁੰਦਾ ਹੈ ਸਹੀ। ਕੀ ਹੁੰਦਾ ਹੈ? ਸਹੀ। ਰਾਈਟ ਨੂੰ ਅਸੀਂ ਕੀ ਕਹਿੰਦੇ ਹਾਂ? ਸਹੀ। ਤਾਂ ਅਸੀਂ ਸਹੀ ਨਾਲ ਜੋੜਾਂਗੇ ਇਸ ਪਰਿਭਾਸ਼ਾ ਨੂੰ। ਤਾਂ ਇਸ ਪਰਿਭਾਸ਼ਾ ਦੇ ਵਿੱਚ ਕੀ ਲਿਖਿਆ ਗਿਆ ਹੈ? ਲਿਖਿਆ ਗਿਆ ਹੈ ਕਿ ਪੁਰਾਤਨ ਪ੍ਰੀਖਣਾਂ ਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਵੀਨ ਹੈ। ਵਿਆਪਕ ਤੇ ਨਵੀਨ ਹੈ, ਇਸ ਦਾ ਮਤਲਬ ਇਹ ਹੋਇਆ ਕਿ ਸਹੀ ਗੱਲ ਕਹੀਏ, ਕਿਉਂਕਿ ਮੁਲਾਂਕਣ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਮੁਲਾਂਕਣ ਦੀ ਪ੍ਰਕਿਰਿਆ ਹੈ ਪ੍ਰੀਖਿਆਵਾਂ ਨਾਲੋਂ ਪਹਿਲਾਂ ਜੋ ਪੁਰਾਤਨ ਪ੍ਰੀਖਿਆਵਾਂ ਹੁੰਦੀਆਂ ਸਨ ਉਹਨਾਂ ਨਾਲੋਂ ਕੀ ਹੈ? ਵਿਸ਼ਾਲ ਤੇ ਨਵੀਨ ਹੈ, ਵਿਆਪਕ ਹੈ। ਇਹ ਚੀਜ਼ ਹੀ ਇਹਨੇ ਕਹੀ, ਇਹਦਾ ਭਾਵ ਮਤਲਬ ਇਹ ਹੋਇਆ ਕਿ ਇਹਨੇ ਸਹੀ ਕਿਹਾ, ਇੱਕ ਤਕਨੀਕੀ ਨਾਲ ਜੁੜਿਆ ਹੈ, ਜੋ ਅੱਜ ਕੱਲ੍ਹ ਤਕਨੀਕੀ ਚੱਲ ਰਹੀ ਹੈ, ਨਵਾਂ ਸ਼ਬਦ ਜੁੜਿਆ ਗਿਆ। ਤਾਂ ਇਹਨੇ ਅਸੀਂ ਕਹਿ ਸਕਦੇ ਹਾਂ ਕਿ ਰਾਈਟ ਸਿੱਖਿਆ ਸ਼ਾਸਤਰੀ ਨੇ ਸਹੀ ਗੱਲ ਕਹੀ ਹੈ। ਸਹੀ ਦਾ ਮਤਲਬ ਪ੍ਰੀਖਿਆਵਾਂ ਨਾਲੋਂ ਮੁਲਾਂਕਣ ਵਧੇਰੇ ਵਿਆਪਕ ਹੈ, ਇਹ ਚੀਜ਼ ਅਸੀਂ ਵੀ ਜਾਣਦੇ ਹਾਂ। ਤਾਂ ਇਸ ਚੀਜ਼ ਨੂੰ ਅਸੀਂ ਸਹੀ ਨਾਲ ਜੋੜਾਂਗੇ। ਤਾਂ ਇਸ ਪ੍ਰਕਾਰ ਅਸੀਂ ਯਾਦ ਰੱਖਾਂਗੇ ਰਾਈਟ। ਰਾਈਟ ਤੋਂ ਭਾਵ ਸਹੀ। ਰਾਈਟ ਨੂੰ ਸਹੀ ਨਾਲ ਜੋੜਾਂਗੇ। ਰਾਈਟ RIGHT ਰਾਈਟ ਸਹੀ ਹੁੰਦਾ ਹੈ। ਰਾਈਟ ਦਾ ਅਰਥ ਅੰਗਰੇਜ਼ੀ ਦੇ ਰਾਈਟ ਸ਼ਬਦ ਦਾ ਅਰਥ ਕੀ ਹੁੰਦਾ ਹੈ? ਸਹੀ। ਤਾਂ ਇਹਨੇ ਸਹੀ ਗੱਲ ਕਹੀ ਹੈ। ਤੇ ਸਹੀ ਗੱਲ ਕਿਹੜੀ ਹੈ? ਕਿ ਪੁਰਾਤਨ ਪ੍ਰੀਖਣਾਂ ਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਵੀਨ ਹੈ। ਇਸ ਪ੍ਰਕਾਰ ਅਸੀਂ ਇਸ ਪਰਿਭਾਸ਼ਾ ਨੂੰ ਯਾਦ ਰੱਖਾਂਗੇ। ਦੂਜੀ ਪਰਿਭਾਸ਼ਾ ਹੈ ਰੋਸ ਦੀ। ਅਸੀਂ ਇਹਨੂੰ ਰਾਸ ਪੜਾਂਗੇ। ਪੰਜਾਬੀ ਦੇ ਵਿੱਚ ਕੀ ਪੜਾਂਗੇ? ਰਾਸ। ਰਾਸ ਹੁਣ ਸਾਡੀ ਪਰਿਭਾਸ਼ਾ ਕੀ ਹੈ? ਮੁਲਾਂਕਣ ਬੱਚੇ ਦਾ ਸਹੀ ਮਾਪਦੰਡ ਸਥਾਪਿਤ ਕਰਦਾ ਹੈ। ਉਹ ਬੱਚਿਆਂ ਦਾ ਸੰਪੂਰਨ ਮਾਪਨ ਕਰਦਾ ਹੈ ਅਤੇ ਸੰਪੂਰਨ ਸਿੱਖਿਆ ਪ੍ਰਸਥਿਤੀਆਂ ਦਾ ਵੀ ਮੁਲਾਂਕਣ ਹੈ। ਇਸ ਪਰਿਭਾਸ਼ਾ ਨੂੰ ਅਸੀਂ ਯਾਦ ਕਿਸ ਪ੍ਰਕਾਰ ਰੱਖਣਾ ਹੈ? ਤਾਂ ਅਸੀਂ ਰਾਸ ਨਾਲ ਜੋੜ ਲਾਂਗੇ। ਕੋਈ ਵੀ ਕੰਮ ਅਸੀਂ ਕਹਿੰਦੇ ਹਾਂ ਨਾ, ਇਹ ਕੰਮ ਸਾਨੂੰ ਰਾਸ ਆ ਗਿਆ ਜਾਂ ਇਹ ਰਾਸ ਨਹੀਂ ਆਇਆ। ਸਾਨੂੰ ਕੋਈ ਕੰਮ ਰਾਸ ਕਦੋਂ ਆਉਂਦਾ ਹੈ? ਕੋਈ ਵੀ ਕੰਮ ਹੈ, ਕੋਈ ਕੰਮ ਜਾਂ ਕੋਈ ਵੀ ਚੀਜ਼ ਸਾਨੂੰ ਰਾਸ ਕਦੋਂ ਆਉਂਦੀ ਹੈ? ਜਦੋਂ ਉਹ ਸੰਪੂਰਨ ਹੋਵੇ। ਕੀ ਹੋਵੇ? ਸੰਪੂਰਨ ਹੋਵੇ। ਸੰਪੂਰਨ ਚੀਜ਼ ਸਾਨੂੰ ਹਮੇਸ਼ਾ ਕੀ ਆਉਂਦੀ ਹੈ? ਰਾਸ ਆਉਂਦੀ ਹੈ। ਇਸ ਚੀਜ਼ ਤੋਂ ਅਸੀਂ ਯਾਦ ਰੱਖਣਾ ਹੈ। ਤਾਂ ਇਹਦੇ ਵਿੱਚ ਵੀ ਕੀ ਲਿਖਿਆ ਹੈ? ਉਹ ਬੱਚਿਆਂ ਦਾ ਸੰਪੂਰਨਤਾ ਮਾਪਨ ਕਰਦਾ ਹੈ ਅਤੇ ਸੰਪੂਰਨ ਹੀ ਸਿੱਖਿਆ ਪ੍ਰਸਥਿਤੀਆਂ ਦਾ ਮੁਲਾਂਕਣ ਕਰਦਾ ਹੈ। ਭਾਵ ਸੰਪੂਰਨ ਸ਼ਬਦ ਦੋ ਵਾਰ ਪ੍ਰਯੋਗ ਹੋਇਆ ਹੈ। ਹੋਰ ਪਰਿਭਾਸ਼ਾ, ਸਾਰੀਆਂ ਪਰਿਭਾਸ਼ਾ ਵਿੱਚ ਸੇਮ ਸ਼ਬਦ ਸਾਨੂੰ ਨਹੀਂ ਮਿਲ ਸਕਦੇ। ਤਾਂ ਸੰਪੂਰਨ ਸ਼ਬਦ ਤੋਂ ਅਸੀਂ ਯਾਦ ਰੱਖਣਾ ਹੈ। ਇਹਦੇ ਵਿੱਚ ਸੰਪੂਰਨ ਦੋ ਵਾਰ ਯਾਦ ਆਇਆ ਹੈ, ਦੋ ਵਾਰ ਪ੍ਰਯੋਗ ਹੋਇਆ ਹੈ। ਤਾਂ ਸੰਪੂਰਨ ਤੋਂ ਅਸੀਂ ਯਾਦ ਰੱਖਾਂਗੇ, ਕੀ ਯਾਦ ਰੱਖਾਂਗੇ? ਕਿ ਜੋ ਕੰਮ ਸੰਪੂਰਨ ਹੁੰਦਾ ਹੈ ਉਹ ਸਾਨੂੰ ਕੀ ਆ ਜਾਂਦਾ ਹੈ? ਰਾਸ। ਕੋਈ ਵੀ ਚੀਜ਼ ਹੈ ਜੋ ਸੰਪੂਰਨ ਹੁੰਦੀ ਹੈ ਤਾਂ ਸਾਨੂੰ ਕੀ ਆਉਂਦੀ ਹੈ? ਰਾਸ ਆ ਜਾਂਦੀ ਹੈ। ਭਾਵ ਚੰਗੀ ਲੱਗਦੀ ਹੈ। ਰਾਸ ਆਉਣ ਤੋਂ ਮਤਲਬ ਪੰਜਾਬੀ ਚ ਰਾਸ ਸ਼ਬਦ ਅਸੀਂ ਜਾਣਦੇ ਹੀ ਹਾਂ। ਤਾਂ ਇਸ ਨੂੰ ਅਸੀਂ ਰਾਸ ਤੋਂ ਜੋੜਾਂਗੇ, ਜਿਸ ਵਿੱਚ ਸੰਪੂਰਨ ਸ਼ਬਦ ਆ ਜਾਏ।
ਉਹਨੂੰ ਅਸੀਂ ਪਰਿਭਾਸ਼ਾ ਕਿਹਦੀ ਮੰਨਾਂਗੇ? ਰਾਸ ਨੂੰ। ਕਿਉਂਕਿ ਜੋੜਾਂਗੇ ਕਿਹਦੇ ਨਾਲ ਕਿ ਕੋਈ ਵੀ ਚੀਜ਼ ਜਿਹੜੀ ਸੰਪੂਰਨ ਹੁੰਦੀ ਹੈ, ਸੰਪੂਰਨ ਨੂੰ ਰਾਸ ਨਾਲ ਅਸੀਂ ਜੋੜ ਲੈਣਾ ਹੈ। ਕੋਈ ਵੀ ਚੀਜ਼ ਜੋ ਸੰਪੂਰਨ ਹੁੰਦੀ ਹੈ ਉਹ ਸਾਨੂੰ ਕੀ ਆ ਜਾਂਦੀ ਹੈ? ਰਾਸ ਆ ਜਾਂਦੀ ਹੈ। ਇਸ ਪ੍ਰਕਾਰ ਅਸੀਂ ਇਹਨਾਂ ਦੋ ਪਰਿਭਾਸ਼ਾ ਨੂੰ, ਇਹ ਜੋ ਦੋ ਮੁੱਖ ਪਰਿਭਾਸ਼ਾ ਹਨ ਮੁਲਾਂਕਣ ਦੀਆਂ, ਇਹਨਾਂ ਨੂੰ ਅਸੀਂ ਯਾਦ ਰੱਖਾਂਗੇ।